ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਚਾ ਨਾਉ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਉਚਾਰਨ ਕੀਤੇ ਹੋਏ ਬਚਨ ਲੜੀਵਾਰ ਗੁਰਬਾਣੀ ਕਥਾ ਰਾਹੀਂ ਆਪਾਂ ਸਰਵਣ ਕਰ ਰਹੇ ਹਾਂ। ਆਪਾਂ ਲੜੀਵਾਰ ਕਥਾ ਸਰਵਣ ਕਰਦੇ ਹੋਏ ਰਹਿਰਾਸ ਸਾਹਿਬ ਜੀ ਦੇ ਸ਼ਬਦਾਂ ਤੇ ਪਹੁੰਚੇ। ਪਿਛਲੇ ਦਿਨੀ ਆਪਾਂ ਸੋਦਰ ਕੀ ਪੌੜੀ ਦੀ ਵਿਚਾਰ ਸਰਵਣ ਕੀਤੀ ਸੀ। ਇਸ ਵੇਲੇ ਆਪ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਰਹਿਰਾਸ ਵਿੱਚੋਂ ਸ਼ਬਦ ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਇਸ ਸ਼ਬਦ ਦਾ ਪਾਠ ਸਰਵਣ ਕੀਤਾ। ਆਓ ਇਸ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪ ਜੀ ਨੇ ਸੋਦਰ ਕੀ ਪੌੜੀ ਦਾ ਸ਼ਬਦ ਸਰਵਣ ਕੀਤਾ, ਜਿਸ ਰਾਹੀਂ ਜਿਸ ਦੀ ਉਥਾਨਕਾ ਵੀ ਆਪ ਜੀ ਨੇ ਸਰਵਣ ਕੀਤੀ ਕਿ ਅਕਾਲ ਪੁਰਖ ਦੇ ਸਾਹਮਣੇ ਜਾ ਕੇ ਉਹਨਾਂ ਨੇ ਇਹ ਸ਼ਬਦ ਉਚਾਰਿਆ। ਦੂਸਰੀ ਵਾਰ ਜਦ ਵਾਪਸ ਆਏ ਤੇ ਬੇਬੇ ਨਾਨਕੀ ਨੇ ਪੁੱਛਿਆ, ਵੀਰ ਪਰਮੇਸ਼ਰ ਕੈਸਾ ਹੈ? ਤਾਂ ਇਹ ਵੀ ਦੱਸਣਾ ਕੀਤਾ। ਹੁਣ ਅੱਜ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ, ਇਹ ਸ਼ਬਦ ਦੀ ਉਥਾਨਕਾ ਦੱਸਦੇ ਹੈ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਫੀ ਸਮੇਂ ਬਾਅਦ ਯਾਤਰਾ ਦੌਰਾਨ ਉਦਾਸੀਆਂ ਦੌਰਾਨ ਵਾਪਸ ਘਰ ਆਏ, ਰਾਏ ਭੋਏ ਕੀ ਤਲਵੰਡੀ ਵਿਖੇ ਆਪਣੇ ਘਰ ਰਹਿਣ ਲੱਗੇ, ਤਾਂ ਅੱਠੇ ਪੈਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਿਮਰਨ ਵਿੱਚ ਜੁੜੇ ਰਹਿਣ ਲੱਗੇ, ਵੈਰਾਗ ਦੀ ਅਵਸਥਾ ਵਿੱਚ ਰਹਿਣ ਲੱਗੇ। ਤਾਂ ਮਾਤਾ ਤ੍ਰਿਪਤਾ ਜੀ ਨੇ ਕਿਹਾ, ਪੁੱਤਰ ਕੀ ਗੱਲ ਹੈ, ਤੁਸੀਂ ਅੱਠੇ ਪੈਰ ਹੀ ਪਰਮੇਸ਼ਰ ਦੇ ਨਾਲ ਸਮਾਧੀ ਲਾਈ ਰੱਖਦੇ ਹੋ, ਹੋਰ ਲੋਕੀ ਵੀ ਤਾਂ ਨਾਮ ਜਪਦੇ ਆ, ਤੁਸੀਂ ਕੁਝ ਵੱਖਰੇ ਹੀ ਹੋ। ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਤਾ ਜੀ ਨੇ ਰਾਤ ਨੂੰ ਆਪਣੇ ਪਲੰਘੇ ਤੇ ਪਲਾਥੀ ਲਾ ਕੇ ਚੌਂਕੜਾ ਮਾਰ ਕੇ ਸਿਮਰਨ ਕਰਦੇ ਬੈਠੇ ਦੇਖਿਆ। ਰਾਤ ਦੇ 12 ਤੋਂ ਉੱਤੇ ਟਾਈਮ ਲੰਘ ਚੁੱਕਿਆ ਸੀ। ਕਹਿੰਦੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਤਾ ਜੀ ਨੇ ਆਣ ਕਰਕੇ ਪੁੱਛਿਆ, ਪੁੱਤਰ ਕੀ ਗੱਲ ਹੈ, ਤੂੰ ਹਾਲੇ ਸੁੱਤਾ ਨਹੀਂ? ਰਾਤ ਦੇ 12 ਤੋਂ ਉੱਤੇ ਸਮਾਂ ਹੋ ਗਿਆ ਹੈ, ਹੁਣ ਸੌਂ ਜਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਕਿਵੇਂ ਸੌਂ ਜਾਵਾਂ?
ਉਹ ਦੇਖੋ ਇੱਕ ਪਪੀਹਾ ਜਿਹੜਾ ਦਿਨ ਰਾਤ 24 ਘੰਟੇ ਪੀਓ ਦੀ ਰੱਟ ਲਾਈ ਰੱਖਦਾ, ਜਿੰਨਾ ਚਿਰ ਉਸ ਨੂੰ ਉਸ ਦਾ ਪੀਆ, ਉਸ ਦਾ ਪਰਮਾਤਮਾ ਪਰਮੇਸ਼ਰ ਮਿਲ ਨਹੀਂ ਜਾਂਦਾ, ਉਹਨਾਂ ਚਿਰ ਉਹ ਚੁੱਪ ਨਹੀਂ ਕਰਦਾ। ਤੇ ਮੈਂ ਵੀ ਜਿੰਨਾ ਚਿਰ ਆਪਣੇ ਮਾਲਕ ਨਾਲ ਮਿਲ ਨਾ ਜਾਵਾਂ, ਮੈਂ ਕਿਵੇਂ ਚੁੱਪ ਕਰ ਜਾਵਾਂ। ਮਾਨੋ ਮੇਰੀ ਤੇ ਪਪੀਹੇ ਦੀ ਹੋੜ ਲੱਗੀ ਹੈ, ਭਾਵ ਸ਼ਰਤ ਲੱਗੀ ਹੈ। ਉਹ ਵੀ ਪੀਓ ਕਰਦਾ ਰਹਿੰਦਾ ਤੇ ਮੈਂ ਵੀ ਕਰਦਾ ਰਹਿਣਾ। ਮਾਤਾ ਜੀ ਕਹਿਣ ਲੱਗੇ, ਪੁੱਤਰ ਸਾਰੀ ਦੁਨੀਆ ਹੀ ਨਾਮ ਜਪਦੀ ਹੈ, ਉਹ ਤਾਂ ਏਦਾਂ ਨਹੀਂ ਜਪਦੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਾਤਾ ਜੀ ਕੀ ਦਸੀਏ। ਤਾਂ ਫਿਰ ਸਤਿਗੁਰਾਂ ਨੇ ਸ਼ਬਦ ਉਚਾਰਨ ਕਰਕੇ ਆਪਣੀ ਮਾਤਾ ਜੀ ਨੂੰ ਸੰਬੋਧਨ ਕਰਕੇ ਉਚਾਰਿਆ ਹੈ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ। हे ਮਾਤਾ ਜੀ, ਭਾਵੇਂ ਕਿ ਪਰਮੇਸ਼ਰ ਦਾ ਨਾਮ ਬੜਾ ਆਖਣਾ ਔਖਾ ਹੈ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਇਹ ਰਹਾਉ ਦੀ ਪੰਕਤੀ ਹੈ ਜਿਹੜੀ ਸ਼ਬਦ ਦਾ ਮੇਨ ਭਾਵ ਰਹਾਉ ਦੀ ਪੰਕਤੀ ਵਿੱਚ ਹੁੰਦਾ। ਤੇ ਮਾਨੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਮਾਤਾ ਤ੍ਰਿਪਤਾ ਜੀ ਨੂੰ ਸੰਬੋਧਨ ਕਰ ਰਹੇ ਹਨ ਔਰ ਕਹਿ ਰਹੇ ਹਨ, ਮਾਤਾ ਜੀ ਮੈਂ ਕਿਵੇਂ ਚੁੱਪ ਕਰ ਜਾਵਾਂ। ਮੈਨੂੰ ਲੱਗਦਾ ਹੈ ਕਿ ਜੇ ਮੈਂ ਉਸ ਪਰਮੇਸ਼ਰ ਨੂੰ ਆਖਦਾ ਹਾਂ, ਉਹਦਾ ਸਿਮਰਨ ਕਰਦਾ ਹਾਂ, ਤਾਂ ਹੀ ਜਿਉਂਦਾ ਹਾਂ। ਜੇ ਮੈਂ ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਤਾਂ ਮੇਰੀ ਮੌਤ ਹੋ ਜਾਵੇਗੀ। ਆਖਾਂ ਜੀਵਾ ਵਿਸਰੈ ਮਰ ਜਾਓ। ਮੈਨੂੰ ਇਉਂ ਲੱਗਦਾ ਹੈ ਕਿ ਜੇ ਮੈਂ ਜਪਣਾ ਛੱਡ ਦਿੱਤਾ ਤਾਂ ਮੇਰੀ ਮੌਤ ਪੱਕੀ ਆ। ਹਰ ਕੈ ਨਾਮ ਵਿਟੋਂ ਵੱਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ। ਪਰਮੇਸ਼ਰ ਨੂੰ ਵਿਸਾਰ ਦੇਣਾ ਇੱਕ ਵੱਡੀ ਮੌਤ ਹੈ, ਮੌਤ ਤੋਂ ਵੀ ਵੱਡੀ ਮੌਤ ਹੈ। ਮਰਨ ਵਿਸਰਨ ਗੋਬਿੰਦ ਹੈ, ਜੀਵਨ ਹਰ ਨਾਮ ਧਿਆਵਨ ਹੈ। ਸਾਡਾ ਜੀਵਨ ਉਹਦਾ ਸਿਮਰਨ ਹੈ, ਉਹਨੂੰ ਭੁਲਾ ਦੇਣਾ ਜਿਹੜਾ ਇਹ ਸਾਡੀ ਮੌਤ ਹੈ। ਇਸ ਕਰਕੇ ਮੈਂ ਕਿਵੇਂ ਚੁੱਪ ਕਰ ਜਾਵਾਂ ਮਾਤਾ ਜੀ। ਸੰਸਾਰੀ ਤੌਰ ਤੇ ਕਈ ਵਾਰੀ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ ਗੁੱਸੇ 'ਚ ਆ ਕੇ ਕਿ ਤੂੰ ਸਾਡੇ ਵੱਲੋਂ ਮਰਿਆ, ਅਸੀਂ ਤੇਰੇ ਵੱਲੋਂ ਮਰੇ ਅੱਜ ਤੋਂ ਬਾਅਦ। ਭਾਵ ਨਾ ਅਸੀਂ ਤੈਨੂੰ ਬੁਲਾਈਏ ਨਾ ਤੂੰ ਸਾਨੂੰ ਬੁਲਾਈ। ਅਸੀਂ ਸਮਝਾਂਗੇ ਤੂੰ ਮਰ ਗਿਆ, ਤੂੰ ਸਮਝੀ ਅਸੀਂ ਮਰ ਗਏ। ਤੂੰ ਇਸੇ ਤਰ੍ਹਾਂ ਹੀ ਪਰਮੇਸ਼ਰ ਨੂੰ ਭੁਲਾ ਦੇਣਾ ਜਾਂ ਪਰਮੇਸ਼ਰ ਫਿਰ ਸਾਨੂੰ ਭੁਲਾ ਦੇਵੇਗਾ। ਇਸ ਕਰਕੇ ਸਮਝੋ ਫਿਰ ਇਹ ਵੱਡੀ ਮੌਤ ਹੈ। ਜੀਵਨ ਹਰ ਨਾਮ ਧਿਆਵਨ ਹੈ, ਤਿਸ ਕਿਨ ਘੜੀ ਨਾ ਜੀਵੋ ਬਿਨ ਨਾਵੇ ਮਰ ਜਾਓ। ਪੰਜਵੇਂ ਪਾਤਸ਼ਾਹ ਜੀ ਜਦ ਥੋੜ੍ਹੇ ਸਮੇਂ ਦੇ ਲਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਦੂਰ ਚਲੇ ਗਏ, ਲਾਹੌਰ ਵਿੱਚ ਹੁਕਮ ਬਣ ਕੇ ਜਦ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਗਏ ਸਨ ਤੇ ਜਾਂਦਿਆਂ ਨੂੰ ਇਹ ਕਿਹਾ ਸੀ, ਪੁੱਤਰ ਜਦੋਂ ਬੁਲਾਈਏ ਉਦੋਂ ਆਉਣਾ, ਉਹਨਾਂ ਚਿਰ ਨਹੀਂ ਆਉਣਾ। ਫਿਰ ਜਦ ਜਲਦੀ ਨਾ ਬੁਲਾਇਆ ਤੇ ਕਾਫੀ ਸਮਾਂ ਉੱਥੇ ਬਤੀਤ ਹੋ ਗਿਆ ਤੇ ਫਿਰ ਇੱਕ ਦਿਨ ਚਿੱਠੀ ਲਿਖਦੇ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਦਰਸ਼ਨਾਂ ਤੋਂ ਬਗੈਰ ਮੈਨੂੰ ਸ਼ਾਂਤੀ ਨਹੀਂ, ਮੇਰੀ ਪਿਆਸ ਨਹੀਂ ਬੁਝਦੀ, ਮੇਰੀ ਭੁੱਖ ਨਹੀਂ ਬੁਝਦੀ।
मैं आप जी के दर्शनां नूं लोचदा हाँ। इस करके धन गुरु नानक देव जी ये शब्द दे विच कहंदे हन, पातशाह माता जी ਉਹਨੂੰ याद रखना ही मनुख का जीवन है। भावें कि माता जी कहने पुत्र होर भी तो साधु संत नाम जपदे है समय समय नाल, हर वक्त तो नहीं जपी जाते। धन गुरु नानक देव जी कहन लगे, माता जी आखण औखा साचा नाओ। ये नाम नू जपना, नाम नू आखना बहुत औखा है, बड़ा कठिन है। पर आखना पैना है, कहे तो बगैर जपे तो बगैर गल बननी नहीं। जे उसनू जपांगे तो फिर ही गल बननी आ। धन गुरु नानक देव जी कहते आखण औखा साचा नाओ। साचे नाम की लागै भूख, उत भूखै खाए चलिए दुख। इस विषय ते एक छोटी जी साखी भी है। छज्जू भगत होया पंजवें पातशाह जी दे समय। लाहौर दे विच छज्जू नाम दा भगत वसदा है। भाटिया खानदान चों ते सराफ की किरत करता सी, नाल नाल रोज़ प्रभु का सिमरन करके अपना जीवन सफला भी करता सी। एक दिन लाहौर विच बड़ी भारी बरखा हुई और जिवें आप जी नूं पता है कि पिंडां दे विचों मजदूर शहर च आ जाते हैं, उत्थों लोग उन्हां नूं अपने कामां ते लै जाते हैं जिन्हों लोड़ हुंदी आ। और बड़ा मींह पिया, बड़ी बरसा हुई। मजदूर समय नाल आके खड़ गए एक दरखत के हेठां, छज्जे के हेठां, मकान के हेठां। पर अज कोई भी उन्हां नूं अपने काम ते लैण ना आया। ते कुदरती गुरु प्यारिओ जिहड़ा मकान सी छज्जू भगत दा सी। या छज्जू भगत जी ने उसनूं उन्हां नूं उदास खड़े देखिया तो उन्होंने पूछया भी की गल है, बई उदास हो। मजदूरां ने कहा, महाराज अज मजदूरी करके असी उदास हाँ। आ सानू मजदूरी नहीं मिलनी क्योंकि असी बच्चियां दा पेट पालते हैं, जो चार पैसे कमाने आ, ते अज कोई गाहक नहीं आया सानू लैण वास्ते। वर्खा के कारण साडी अज मजदूरी मारी गई आ, दिहाड़ी मारी गई। इस करके उदास हाँ। छज्जू ने कहा, तुसीं चिंता ना करो, मैं तुहानू काम भी दिंदा हाँ ते काम दे पैसे भी देंगा। किन्ने पैसे लेने हो? कहने जी 4 आने। कहने मैं तुहानू 8-8 आने देंगा सारिਆਂ नू, मेरे नाल चलो। मजदूर बड़े खुश होए, आ तां गल ही बन गई। ते छज्जू भगत जी उन्होंने अपने घर लै गए। बैठण वास्ते थल्ले बोरियां पट्टियां आदि विछा दित्तियां। कहने इन्हां उत्ते बैठो। बैठ गए। फिर सारिਆਂ नूं एक माला दे करके बिठा दिता, एक माला दे दित्ती। कहने भी इदां करो, आ माला लैके तुसीं 8 घंटे जिन्नी दिहाड़ी बनदी है बैठ के परमेश्वर का नाम जपी चलो। कहते जदों नाम जपदियां नूं थोड़ा समा बतीत होया, ये इधर उधर वेखण लगे, पासे मारन लगे, चौंकड़ा मार के कित्थे बैठिया जावे। जे दिहाड़ी ते लगे हुंदे, कही चक्की हुंदी, बठल चक्किया हुंदा, सारा दिन काम करदे, बतीत हो जाना सी, कोई फर्क नहीं सी पैना। पर जिस वेले ये चौंकड़ा मार के बैठ गए, भगत छज्जू जी ने एक माला फड़ा दित्ती है। सारिਆਂ ਨੂੰ एक एक अद्धा घंटा पौना घंटा को मसां बैठे होणगे, छड्ड के माला खड़े हो गए। कहने महाराज साथों ये काम नहीं हुंदा, इन्ना औखा काम सानू करना बहुत औखा लगदा, इह तां भुखे रहना चंगा। भाव संसार जिहड़ा है
ਮਾਇਆ ਨੂੰ ਕਮਾਉਣ ਵਾਸਤੇ ਔਖੇ ਕੰਮ ਤਾਂ ਕਰ ਸਕਦਾ ਹੈ, ਇਹ ਸਭ ਤੋਂ ਸੌਖਾ ਕੰਮ ਸੰਸਾਰ ਨੂੰ ਔਖਾ ਲੱਗਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਤਾਂ ਵੈਸੇ ਔਖਾ ਹੀ, ਕਿਉਂਕਿ ਮਨ ਜਿਹੜਾ ਹੈ ਇਹ ਕੋਈ ਨਾ ਕੋਈ ਕੁਛ ਨਾ ਕੁਛ ਕਰਨਾ ਚਾਹੁੰਦਾ, ਕੋਈ ਫੁਰਨਾ ਕਰਨਾ ਚਾਹੁੰਦਾ, ਕੋਈ ਗੱਲਾਂ ਕਰਨੀਆਂ ਚਾਹੁੰਦਾ, ਕਿਸੇ ਨਾਲ ਠੱਠੇ ਮਸ਼ਕਰੀਆਂ ਨਿੰਦਿਆ ਚੁਗਲੀ ਕਰਨਾ ਚਾਹੁੰਦਾ। ਭਗਤੀ ਵਿੱਚ ਇਹ ਚੀਜ਼ਾਂ ਬੰਦ ਹੋ ਜਾਂਦੀਆਂ, ਫਿਰ ਮਨ ਨੂੰ ਕਾਹਲੀ ਪੈ ਜਾਂਦੀ ਹੈ। ਉਹ ਕਹਿੰਦਾ ਛੱਡ ਪਰੇ, ਕੰਮ ਔਖਾ ਹੈ, ਕੋਈ ਹੋਰ ਕੰਮ ਕਰਾਂਗੇ। ਅਤੇ ਇਵੇਂ ਉਹ ਸਾਰੇ ਮਜ਼ਦੂਰ ਉੱਠ ਕੇ ਖੜ੍ਹੇ ਹੋ ਗਏ। ਕਹਿੰਦੇ ਮਹਾਰਾਜ ਸਾਥੋਂ ਇਹ ਚੌਂਕੜਾ ਮਾਰ ਕੇ ਜਿਹੜਾ ਹੈ ਨਾਮ ਨਹੀਂ ਜਪਿਆ ਜਾਂਦਾ। ਉਹਦੀ ਦੁਕਾਨ ਵਾਲੀ ਜਗ੍ਹਾ ਦੇ ਉੱਤੇ ਭਗਤ ਆਪਣਾ ਰਾਜਾ ਸਾਹਿਬ ਰਣਜੀਤ ਸਿੰਘ ਜੀ ਨੇ ਸਥਾਨ ਵੀ ਬਣਾਇਆ ਹੋਇਆ। ਗੱਲ ਮੁਕਾਓ ਕਿ ਉਹ ਛੱਜੂ ਜਿਸ ਦੇ ਨਾਮ 'ਤੇ ਇੱਕ ਕਹਾਵਤ ਵੀ ਬਣੀ ਹੋਈ ਹੈ, ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੇ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ, ਸਿੱਖੋ ਆਪਣੀ ਮਾਤਾ ਜੀ ਨੂੰ ਸੰਬੋਧਨ ਕਰਦੇ ਹੋਏ ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਕਹਿਣ ਲੱਗੇ ਅਸਲ ਵਿੱਚ ਮਾਤਾ ਜੀ ਇਹ ਨਾਮ ਓਨਾ ਚਿਰ ਜਪਣਾ ਬੜਾ ਔਖਾ ਹੈ ਜਿੰਨਾ ਚਿਰ ਬੰਦੇ ਨੂੰ ਭੁੱਖ ਨਹੀਂ ਲੱਗਦੀ। ਰੋਟੀ ਦੀ ਭੁੱਖ ਲੱਗਦੀ ਹੈ, ਭੋਜਨ ਦੀ ਭੁੱਖ ਲੱਗਦੀ ਹੈ, ਉਹ ਛਕ ਲੈਂਦਾ ਹੈ। ਪਰ ਸਾਡੀ ਆਤਮਾ ਹੈ ਤਾਂ ਜਨਮਾਂ ਜਨਮਾਂਤਰਾਂ ਤੋਂ ਭੁੱਖੀ, ਪਰ ਮਨ ਐਸਾ ਕਾਲ ਦੇ ਵਸ ਵਿੱਚ ਆਇਆ ਹੈ ਉਸ ਨੂੰ ਇਹ ਜਿਹੜਾ ਭਜਨ ਬੰਦਗੀ ਦੀ ਖੁਰਾਕ ਹੈ ਛਕਣ ਹੀ ਨਹੀਂ ਦਿੰਦਾ। ਭਗਤ ਜੀ ਕਹਿੰਦੇ ਹਨ, ਨਾਮਦੇਵ ਜੀ ਕਹਿੰਦੇ ਬੰਦੇ ਨੂੰ ਇਸ ਭਗਤੀ ਨਾਲ ਇੰਨੀ ਪ੍ਰੀਤੀ ਕਰਨੀ ਚਾਹੀਦੀ ਹੈ ਜੈਸੀ ਭੁੱਖ ਹੈ ਪ੍ਰੀਤ ਅਨਾਜ, ਤ੍ਰਿਖਾ ਬੰਤ ਜਲ ਸੇਤੀ ਕਾਜ। ਇਸ ਤਰ੍ਹਾਂ ਹੀ ਨਾਮਦੇਵ ਨੂੰ ਉਸ ਪ੍ਰੇਮ ਦੇ ਨਾਲ ਪ੍ਰੀਤੀ ਲੱਗੀ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਹਿੰਦੇ ਹਨ ਕਿ ਮਾਤਾ ਮੈਂ ਕਿਵੇਂ ਚੁੱਪ ਕਰ ਜਾਵਾਂ, ਮੈਂ ਉਸ ਤੋਂ ਬਗੈਰ ਰਹਿ ਨਹੀਂ ਸਕਦਾ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਜਿਸ ਤਰ੍ਹਾਂ ਭੁੱਖ ਲੱਗਣ 'ਤੇ ਬੰਦਾ ਭੋਜਨ ਛਕਦਾ ਹੈ ਅਤੇ ਭੋਜਨ ਛਕਣ ਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ, ਇਸੇ ਤਰ੍ਹਾਂ ਹੀ ਜਦੋਂ ਨਾਮ ਦਾ ਜਾਪ ਕਰਦਾ ਹੈ, ਨਾਮ ਦੀ ਭੁੱਖ ਲੱਗਦੀ ਹੈ, ਨਾਮ ਜਪਦਾ ਹੈ ਤਾਂ ਸਾਡੀ ਆਤਮਾ ਤਕੜੀ ਹੁੰਦੀ ਹੈ। ਸੋ ਕਿਉਂ ਉਤ ਭੁੱਖੈ ਖਾਏ ਚੱਲੀਐ ਦੁੱਖ। ਜੇ ਬੰਦਾ ਨਾਮ ਜਪੇ ਤੇ ਆਤਮਕ ਅਧਿਆਤਮਕ ਮਤ ਅਤੇ ਸਰੀਰਕ ਸਾਰੇ ਹੀ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਸੋ ਕਿਉਂ ਵਿਸਰੈ ਮੇਰੀ ਮਾਏ, ਹੇ ਮਾਤਾ ਜੀ ਮੈਂ ਇਸੇ ਪਰਮੇਸ਼ਰ ਨੂੰ ਕਿਵੇਂ ਭੁਲਾ ਦੇਵਾਂ, ਕਿਵੇਂ ਚੁੱਪ ਕਰ ਜਾਵਾਂ। ਸਾਚਾ ਸਾਹਿਬ ਸਾਚਾ ਨਾਏ, ਉਹ ਆਪ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ, ਉਹ ਜਪਣ ਯੋਗ ਹੈ। ਰਹਾਓ, ਰਹਾਓ ਦਾ ਬੰਦੇ ਕਹਿੰਦਾ ਕਿ ਸਿੱਖਾ ਜੋ ਪਿੱਛੇ ਪੜ੍ਹਿਆ ਉਹਨੂੰ ਜੀਵਨ ਵਿੱਚ ਧਾਰਨ ਕਰ, ਫਿਰ ਅੱਗੇ ਚੱਲ। ਰਹਾਓ ਕਹਿੰਦਾ ਰੁਕੋ, ਪਿੱਛੇ ਕੀ ਪੜ੍ਹਿਆ ਇਹਨੂੰ ਵਿਚਾਰਨਾ ਕਰੋ, ਫਿਰ ਅੱਗੇ ਚੱਲਾਂਗੇ। ਰਹਾਓ ਸਾਚੇ ਨਾਮ ਕੀ ਤਿਲ ਵਡਿਆਈ। ਇਹ ਨਾਮ ਦੀ ਮਹਿਮਾ, ਇਸ ਨਾਮ ਦੀ ਵਡਿਆਈ ਕਿਤਨੀ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆਖ ਥੱਕੇ ਕੀਮਤ ਨਹੀਂ ਪਾਈ। ਜਿਨ੍ਹਾਂ ਨੇ ਵੀ ਇਸ ਨਾਮ ਦੀ ਮਹਿਮਾ ਨੂੰ ਕਥਨਾ ਚਾਹਿਆ, ਕੀਮਤ ਪਾਉਣੀ ਚਾਹੀ, ਪੂਰੀ ਕਹਿ ਨਹੀਂ ਸਕੇ। ਉਹ ਬੜਾ ਬੇਅੰਤ ਹੈ। ਨਿਤ ਨਵਾਂ ਕਹਿੰਦੇ ਆ ਉਸ ਨੂੰ ਸਾਰੇ। ਨੇਤ ਨੇਤ ਵਣ ਤ੍ਰਿਣ ਕਹਿ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ।
ਜਿਨ੍ਹਾਂ ਭਾਗ ਮਥਾਹੇ ਸੇ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹੈ ਉਹੀ ਹਰੀ ਦੇ ਨਾਮ ਨੂੰ ਜਪਣਾ ਕਰਦੇ ਹੈ, ਵਰਨਾ ਜਪਣਾ ਬਹੁਤ ਮੁਸ਼ਕਲ ਹੈ, ਉਹਦੀ ਕੋਈ ਕੀਮਤ ਪਾ ਨਹੀਂ ਸਕਦਾ। ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ। ਤਾਂ ਪਾਤਸ਼ਾਹ ਜੀ ਕਹਿ ਰਹੇ ਸੀ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ। ਜੇ ਸਾਰੀ ਦੁਨੀਆ ਦੇ ਜੀਵ, ਸਾਰਿਆਂ ਮਤਾਂ ਵਾਲੇ, ਸਾਰਿਆਂ ਭੇਖਾਂ ਦੇ ਲੋਕ ਉਸ ਪ੍ਰਭੂ ਦੇ ਬਾਰੇ ਕਹਿਣਾ ਸ਼ੁਰੂ ਕਰ ਦੇਣ, ਆਖਣਾ ਸ਼ੁਰੂ ਕਰ ਦੇਣ, ਤਾਂ ਵੀ ਪੂਰਾ ਕਹਿ ਨਹੀਂ ਸਕਦੇ। ਸ਼ੇਸ਼ਨਾਗ ਦੀ ਡਿਊਟੀ ਲਾਈ ਗਈ। ਪਰਮੇਸ਼ਰ ਨੂੰ ਕਹਿਣ ਲੱਗੇ, ਕਿੰਨਾ ਕੁ ਚਿਰ ਮੈਂ ਇਹ ਕੰਮ ਕਰਨਾ ਮਹਾਰਾਜ, ਤੁਹਾਡੀ ਸ਼ੇਜਾ ਬਣ ਕੇ ਕਿੰਨਾ ਕੁ ਚਿਰ ਬੈਠਾ ਰਹਾਂਗਾ। ਕਹਿੰਦੇ ਜਿੰਨਾ ਚਿਰ ਮੇਰੇ ਨਾਮ ਨਹੀਂ ਮੁੱਕਦੇ। ਕਹਿੰਦੇ ਸ਼ੇਸ਼ਨਾਗ ਨੂੰ ਮਾਨ ਹੋ ਗਿਆ, ਹੰਕਾਰ ਹੋ ਗਿਆ, ਮੇਰੇ 1000 ਮੂੰਹ ਹੈ ਤੇ ਇੱਕ ਮੂੰਹ ਵਿੱਚ ਦੋ ਜੀਭਾਂ ਫੁਰ ਕੇ 2000 ਜੀਭ ਹੋ ਗਈ, ਤੇ ਮੈਂ ਤਾਂ ਪਰਮੇਸ਼ਰ ਦੇ ਸਾਰੇ ਨਾਮ ਥੋੜੇ ਸਮੇਂ 'ਚ ਹੀ ਪੂਰੇ ਕਰ ਦੇਵਾਂਗਾ। ਲੱਗ ਪਿਆ, ਕਹਿੰਦੇ ਹਜੇ ਤੱਕ ਮੁੱਕੇ ਨਹੀਂ। ਸ਼ੇਸ਼ ਸ਼ਾਰਦਾ ਅੰਤ ਨਾ ਪਾਵੇ, ਸਰਸਵਤੀ ਦੇਵੀ ਵੀ ਉਹਦਾ ਅੰਤ ਨਹੀਂ ਪਾ ਸਕੀ। ਕਮਲਾ ਪਤ ਕਵਲਾ ਨਹੀਂ ਜਾਣਾ। ਉਸ ਪਰਮੇਸ਼ਰ ਦੀ ਅਧੰਗਣੀ ਸਾਰੀ ਮਾਇਆ, ਇਹ ਲక్ష్ਮੀ, ਉਸ ਦਾ ਅੰਤ ਨਹੀਂ ਪਾ ਸਕੀ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨੰਬਰ 1। ਨੰਬਰ 2 ਕਹਿੰਦੇ ਜੇ ਸਾਰੇ ਉਸ ਨੂੰ ਸਿਫਤਾਂ ਕਰੀ ਜਾਣ, ਚਾਹੇ ਉਸ ਦੀ ਨਿੰਦਿਆ ਕਰੀ ਜਾਣ ਜਾਂ ਵਡਿਆਈ ਕਰੀ ਜਾਣ, ਨਾ ਉਹ ਵਡਿਆਈਆਂ ਸੁਣ ਕੇ ਹੰਕਾਰ ਵਿੱਚ ਵੱਡਾ ਹੁੰਦਾ ਹੈ, ਨਾ ਨਿੰਦਿਆ ਚੁਗਲੀ ਸੁਣ ਕੇ ਉਹ ਛੋਟਾ ਹੁੰਦਾ ਹੈ। ਉਹ ਜਿਹੋ ਜਿਹਾ ਹੈ ਜਿਉਂ ਕਾ ਤਿਉਂ ਹੀ ਰਹਿੰਦਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਵੱਡਾ ਨਾ ਹੋਵੇ ਘਾਟ ਨਾ ਜਾਏ। ਹੇ ਮਾਤਾ ਜੀ, ਨਾ ਉਹ ਮਰੇ ਨਾ ਹੋਵੇ ਸੋਗ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ, ਨਾ ਕਦੇ ਮਰਦਾ ਹੈ ਤੇ ਨਾ ਹੀ ਉਸ ਨੂੰ ਕਦੇ ਗਮ ਹੁੰਦਾ ਹੈ, ਸੋਗ ਹੁੰਦਾ ਹੈ। ਮਰੈ ਨਾਹੀ ਸਦ ਸਦ ਹੀ ਜੀਵੈ, ਅਮਰ ਭਇਆ ਅਬਨਾਸ਼ੀ ਥੀਵੈ। ਉਹ ਸਦਾ ਅਮਰ ਹੈ, ਸਦਾ ਰਹਿਣ ਵਾਲਾ ਹੈ, ਉਹ ਕਦੇ ਮਰਦਾ ਨਹੀਂ, ਉਹਨੂੰ ਕੋਈ ਦੁੱਖ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਵੀ ਇਸੇ ਹੀ ਤਰਜ 'ਤੇ ਰੱਖਿਆ ਗਿਆ। ਕਹਿੰਦੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਮਹਿਤਾ ਕਾਲੂ ਜੀ ਦੇ ਘਰ, ਮਹਿਤਾ ਕਲਿਆਣ ਰਾਏ ਜੀ ਦੇ ਘਰ ਪੰਡਤ ਹਰਦਿਆਲ ਨੂੰ ਨਾਮ ਰੱਖਣ ਲਈ ਬੇਨਤੀ ਕੀਤੀ ਗਈ। ਕਹਿੰਦਾ ਮੈਂ ਸੋਚ ਕੇ ਰੱਖਾਂਗਾ, ਇਹ ਬੱਚਾ ਤਾਂ ਕੋਈ ਖਾਸ ਲੱਗਦਾ ਹੈ। 13 ਦਿਨਾਂ ਬਾਅਦ ਉਹ ਨਾਮ ਸੋਚ ਕੇ ਆਇਆ। ਕਹਿੰਦੇ ਹਾਂਜੀ ਕੀ ਰੱਖਿਆ? ਕਹਿੰਦੇ ਨਾਨਕ। ਮਹਿਤਾ ਕਾਲੂ ਜੀ ਕਹਿੰਦੇ ਇਹਦੇ ਨਾਲ ਕੋਈ ਦਾਸ, ਕੋਈ ਰਾਏ ਕੁਛ ਤਾਂ ਲਾਓ। ਉਹ ਕਹਿਣ ਲੱਗਿਆ ਇਹਦੇ ਨਾਲ ਕੁਛ ਨਹੀਂ ਲਾਉਣਾ, ਇਹ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਅਵਤਾਰ ਹੈ। ਜੋ ਮੈਂ ਇਹਦਾ ਨਾਮ ਰੱਖਿਆ ਨਾਨਕ, ਇਹਦੇ ਨਾਲ ਲੋਕ ਆਪੋ ਆਪਣੀਆਂ ਮਤਾਂ ਦੇ ਮੁਤਾਬਕ ਲਾਈ ਜਾਣਗੇ। ਇਹ ਸਭ ਦਾ ਪਿਆਰਾ ਹੈ। ਵਾਕਿਆ ਹੀ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ, ਮੁਸਲਮਾਨ ਨਾਨਕ ਸ਼ਾਹ ਪੀਰ ਕਹਿੰਦੇ ਆ, ਕਿਤੇ ਸਤਿਗੁਰਾਂ ਨੂੰ ਲਾਮਾ ਪੀਰ ਕਹਿੰਦੇ ਆ, ਕਿਤੇ ਕੁਝ, ਅਨੇਕਾਂ ਨਾਮ ਰੱਖੇ ਗਏ। ਹਰਦਿਆਲ ਪੰਡਤ ਕਹਿੰਦਾ ਨਾਨਕ ਸ਼ਬਦ ਦਾ ਅਰਥ ਹੈ ਪਹਿਲਾ ਨੰਨਾ ਨਾ, ਅੱਗੇ ਕੰਨਾ ਆ ਗਿਆ। ਜਦੋਂ ਪਰਿਛੇਦ ਕਰੀਏ ਤੇ ਉਹਦਾ ਆੜਾ ਬਣ ਜਾਂਦਾ ਹੈ। ਨਾ ਅਨ ਅੱਕ, ਅੱਕ ਨਾ ਹੁੰਦਾ ਦੁਖੀ ਹੋਣਾ, ਜਿਹੜਾ ਕਦੇ ਦੁਖੀ ਨਹੀਂ ਹੋਵੇਗਾ। ਜਿਸ ਨੂੰ ਸਾਰੇ ਨਦੀਆਂ ਨਾਲੇ ਪਹਾੜ ਸਮੁੰਦਰ ਆਦਿ ਰਸਤਾ ਦੇਣਗੇ, ਇਹ ਉਹ ਹੈ। ਭਾਵੇਂ ਇੱਥੇ ਗੁਰੂ ਨਾਨਕ ਦੇਵ ਜੀ ਨਿਰਗੁਣ ਸਰੂਪ ਪਰਮੇਸ਼ਰ ਨੂੰ ਕਹਿ ਰਹੇ ਨੇ,
पर असी यही चीज़ जे गुरु नानक देव जी नूं कह दईए तो कोई अत कथनी नहीं है। ना वो मरे ना होवे सोग, वो कदे मरदा नहीं, उन्होंने कोई गम नहीं है, कदे अकदा नहीं, दुखी नहीं हुंदा, अमर है, देंदार है न चुकै भोग। ਉਹ ਸੰਸਾਰ ਨੂੰ ਦਾਤਾਂ ਦਿੰਦਾ ਜਾ ਰਿਹਾ ਹੈ ਔਰ ਦਿੱਤੀਆਂ ਹੋਈਆਂ ਦਾਤਾਂ ਨੂੰ ਕਦੇ ਵਾਪਸ ਨਹੀਂ ਮੰਗਦਾ। ਉਹਦੇ ਦਿੱਤੀਆਂ ਹੋਈਆਂ ਦਾਤਾਂ, ਉਹ ਦਿੱਤੇ ਹੋਏ ਭੋਗ ਪਦਾਰਥ ਕਦੇ ਮੁੱਕਦੇ ਨਹੀਂ ਤੇ ਉਹ ਕਦੇ ਵੀ ਕਿਸੇ ਨੂੰ ਖੁਰਾਕ ਦੇਣ ਤੋਂ ਭੁੱਲਦਾ ਨਹੀਂ, ਚੁੱਕਦਾ ਨਹੀਂ, ਸਭ ਨੂੰ ਪਾਲਣ ਵਾਲਾ ਹੈ। ਜਿਵੇਂ ਪ੍ਰੀਤਮ ਬਾਣੀ 'ਚ ਕਹਿੰਦੇ ਹਨ, मेहरबान सह मेहरबान साहेब मेरा मेहरबान जी सगल को दे दान। तू काहे डोले प्राणियां तुद राखेगा सिरजनहार। जिन पैदाइश तू किया सोई दे आधार। कर बंदे तू बंदगी चिच्चर घट मैं साहो। वो परमेश्वर बड़ा बेपरवाह है जिसने साजिया दुनी नूं। इहदी संभाल करने वाला भी वो है। तेरा काम है उन्होंने याद करना। इस करके धन गुरु नानक देव जी कहते माता उन्होंने किवें भुला देवां जो हमेशा दातां दिंदा है, उन्होंने भुलाया नहीं जा सकता। सैल पत्थर मैं जानती उपाए ताका रिज की आग्या कर धरिया। वो तो पत्थरां विच बैठे जानवरां नूं भी खुराक भेजदा है। रोजी ही राज विलोकत राज करो खुरूहान की रोजी ना टारै। और रोजी रिक देण वाला परमेश्वर जिहड़ा है क्रोधियां माड़े सुभाव वाले लोकां दा भी रोजी रोकदा नहीं, उन्हां नूं भी दिंदा जा रहा है। जान को देती अजान को देत, जमीन को देत जमान को दे है। काहे को डोलत है तुमरी सुध, सुंदर सी पद्मा पत ले है। वो परमेश्वर तेरी खबर लैंदा है। इस करके माता जी उन्होंने किवें भुला दईए। इन्ने गुणा वाला परमेश्वर मैं उन्होंने किवें कहना बंद कर देवां। मैं तो कहना जी मेरे हज़ारां लखां जीबा हो जान तां भी थोड़ा है। एक दो जीबो लख होए लख होवे लख 20। लखला गेड़ा आखिया एक नाम जगदीश। ए तराहे पत पौड़ियां चढ़िया होए 21। वो परिपूर्ण परमेश्वर परमात्मा उसनूं मैं किवें कहना बंद कर देवां। ये नहीं हो सकता। मैं उसनूं हमेशा ही याद रखांगा। गुण इहो होर ना ही कोई, ये उहदा वड्डा गुण है। इस करके उहदे नाल दा दुनिया 'च कोई भी नहीं जिहड़ा संसार नूं पालण वाला होवे। केवल ते केवल वो है, उहदा होर कोई सानी नहीं है दूजा। ना को होआ ना को होए, ना उहदे नाल दा पहला होया ना अगे होवेगा। बड़ा विशाल है जेवड़ आप तेवड़ तेरी दात। ओदियां दातां भी ओनियां वड्डियां हन। धन गुरु नानक देव जी अगली उदासी ते जान लगे। माता पिता ने रोकना चाहया, नहीं रुकदे। राय बलार नूं कहा तुसी रोको किसे तरह। राय बलार जी कहंदे नानक जी तुहाडे माता पिता बजुर्ग हो गए, तुसी इन्हां दे कोल रहो। जे तुहानूं लंगर चलाउण दा ही शौक है, दुनिया की भुख नहीं देख सकते, दुख नहीं वेख सकते, तो मेरी जमीन चो जिन्नी फसल हुंदी है सारी दा लंगर चला दिया करो। धन गुरु नानक देव जी कहते राज जी लंगर केवल एक परमेश्वर का चलता, होर कोई नहीं चला सकता। अतुट लंगर केवल ते केवल परमेश्वर का चलता है। जेवड़ आप जिड्डा वड्डा वो आप है, उहदियां दातां भी ओडियां वड्डियां। कैसा परमेश्वर है, जीवां नूं दिन कम करन दित्ता।
ਤੇ ਰਾਤ ਜਿਹੜਾ ਹੈ ਭਜਨ ਸੇਵਨ ਵਾਸਤੇ ਤੇ ਆਰਾਮ ਵਾਸਤੇ ਬਣਾ ਕੇ ਦਿੱਤੀ। ਜਿਨ ਦਿਨ ਕਰਕੇ ਕੀਤੀ ਰਾਤ, ਕਾਰ ਵਿਹਾਰ ਕਰਨ ਵਾਸਤੇ ਦਿਨ ਬਣਾਇਆ, ਔਰ ਜਿਹੜਾ ਹੈ ਸੰਸਾਰ ਨੂੰ ਆਰਾਮ ਕਰਨ ਵਾਸਤੇ ਜਿਹੜਾ ਹੈ ਰਾਤ ਬਣਾਈ। ਜੇ ਰਾਤ ਨਾ ਪੈਂਦੀ ਤੇ ਸ਼ਾਇਦ ਆਪਾਂ ਆਰਾਮ ਹੀ ਨਾ ਕਰਦੇ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਬੜਾ ਵਿਸ਼ਾਲ ਹੈ। ਜਿਨ੍ਹਾਂ ਨੇ ਬ੍ਰਹਮ ਬੇਤਿਆਂ ਜਗਿਆਸੂਆਂ ਦੇ ਹਿਰਦੇ ਵਿੱਚ ਗਿਆਨ ਰੂਪੀ ਦਿਨ ਚੜ੍ਹਾ ਦਿੱਤਾ ਤੇ ਸੰਸਾਰ ਅਗਿਆਨਤਾ ਦੀ ਅਵਿਦਿਆ ਦੀ ਰਾਤ ਵਿੱਚ ਵਿਚਰ ਰਿਹਾ ਹੈ। ਇਸ ਕਰਕੇ ਇਹ ਦਿਨ ਤੇ ਰਾਤ ਬਣਾਉਣ ਵਾਲਾ ਵੀ ਉਹ ਪਰਿਪੂਰਨ ਪਰਮੇਸ਼ਰ ਆਪ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਹਨੇ ਪਹਿਲਾਂ ਦਿਨ ਬਣਾਇਆ ਫਿਰ ਰਾਤ ਬਣਾਈ। ਮਨੁੱਖ ਦੇ ਅੰਦਰ ਜੈਸਾ ਹੈ ਕਿ ਤਰ੍ਹਾਂ ਤਰ੍ਹਾਂ ਦੀ ਬੁੱਧੀ ਪੈਦਾ ਕੀਤੀ, ਕਿਸੇ ਦੇ ਅੰਦਰ ਗਿਆਨ ਭਰਿਆ, ਕੋਈ ਅਗਿਆਨਤਾ ਵਿੱਚ ਹੀ ਵਿਚਰ ਜਾਂਦੇ ਹਨ। ਖਸਮ ਵਿਸਾਰੈ ਤੇ ਕਮ ਜਾਤ। ਮਾਤਾ ਜੀ, ਮੈਂ ਆਪਣੀ ਉਸ ਮਾਲਕ ਨੂੰ ਕਿਵੇਂ ਭੁਲਾ ਦਿਆਂ, ਕਿਵੇਂ ਕਹਿਣਾ ਬੰਦ ਕਰ ਦੇਵਾਂ। ਜਿਹੜੇ ਆਪਣੇ ਮਾਲਕ ਨੂੰ ਵਿਸਾਰ ਦਿੰਦੇ ਹਨ ਉਹਨਾਂ ਨੂੰ ਦੁਨੀਆ ਕਮਜਾਤ ਕਹਿੰਦੀ ਹੈ। ਜਿਹੜੀਆਂ ਇਸਤਰੀਆਂ ਆਪਣੇ ਮਾਲਕ ਨੂੰ ਛੱਡ ਕੇ ਹੋਰ ਥਾਵਾਂ 'ਤੇ ਭਟਕਦੀਆਂ ਉਹਨਾਂ ਨੂੰ ਦੁਨੀਆ ਕਮਜਾਤ ਕਹਿੰਦੀ ਹੈ, ਮਾੜੀ ਜਾਤ ਵਾਲੀ ਕਹਿੰਦੀ ਹੈ। ਫਿਰ ਤੁਸੀਂ ਦੱਸੋ, ਮੈਂ ਉਸ ਮਾਲਕ ਨੂੰ ਕਿਵੇਂ ਭੁਲਾ ਦੇਵਾਂ, ਮੈਂ ਕਿਉਂ ਕਮਜਾਤ ਬਣਾ। ਨਾਨਕ ਨਾਵੈ ਵਾਜ ਸਨਾਤ। ਇਹ ਜੀਵ ਉਸ ਪ੍ਰਭੂ ਦੇ ਨਾਮ ਨੂੰ ਬਾਝ ਸਨਾਤ ਭੂਤ ਨੇ ਪ੍ਰੇਤਾ ਵਰਗਾ ਹੈ। ਕਬੀਰ ਸਾਹਿਬ ਜੀ ਦਾ ਵਚਨ ਹੈ ਨਾ, ਜੇਕਰ ਸਾਧਨ ਸੇਵੀਐ ਹਰ ਕੀ ਪੂਜਾ ਨਾਹੀਂ, ਤੇ ਕਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੇ। ਜਾਤਾਂ ਨੀਵੀਆਂ ਤੋਂ ਨੀਵੀਆਂ ਜਾਤਾਂ ਮੰਨੀਆਂ ਜਾਂਦੀਆਂ, ਮਰਾਸੀ ਵੀ ਹੈ, ਉਦੋਂ ਥੱਲੇ ਸੈਂਸੀ ਵੀ ਹੈ, ਔਰ ਇਸ ਤਰ੍ਹਾਂ ਉਦੋਂ ਵੀ ਨੀਵੀਆਂ ਜਾਤਾਂ ਤੇ ਜਿਹੜੀ ਸਨਾਤ ਜਾਤ ਹੈ ਇਹ ਸਭ ਤੋਂ ਨੀਵੀਂ ਮੰਨੀ ਗਈ ਹੈ, ਨੀਚ ਮੰਨੀ ਗਈ ਹੈ। ਅਸਲ ਦੇ ਵੀ ਜਾਤਾਂ ਪਾਤਾਂ ਚੰਗੀਆਂ ਮਾੜੀਆਂ ਨਹੀਂ, ਮਨੁੱਖ ਦੇ ਕਰਮ ਚੰਗੇ ਮਾੜੇ ਹੈ। ਉਹ ਭਾਵੇਂ ਬ੍ਰਾਹਮਣ ਵੀ ਕਿਉਂ ਨਾ ਹੋਵੇ, ਜਾਤ ਕਰਕੇ ਜੇ ਪਰਮੇਸ਼ਰ ਨੂੰ ਵਿਸਾਰਤਾ ਚੰਡਾਲਾਂ ਦੀ ਨਿਆਈ ਹੈ, ਤੇ ਜੇ ਨੀਵੀਂ ਜਾਤ ਵਾਲੇ ਜਾਤ ਸਨਾਤੀ ਹੋਰ ਹਿੰਦਵਾਣੀਆਂ ਕਹਿੰਦੇ, ਨੀਵੀਂ ਤੋਂ ਨੀਵੀਂ ਜਾਤ ਵਾਲਾ ਵੀ ਜਿਵੇਂ ਭਗਤ ਰਵਿਦਾਸ, ਨੀਚ ਕੁੱਲਾ ਜੁਲਾਹਰਾ ਭਗਤ ਕਬੀਰ ਸਾਹਿਬ ਜੀ, ਭਇਓ ਗੁਣੀ ਗਹੀਰਾ ਨਾਮਦੇਵ ਛੀਂਬਾ, ਆੜ ਦਾਮ ਕੋ ਛੀਮਰੋ ਹੋਇਓ ਛੀਪਰੋ ਹੋਇਓ ਲਾਖੀਣਾ। ਤਨਨਾ ਬੁਣਨਾ ਤਿਆਗ ਕੇ ਪ੍ਰੀਤ ਚਨ ਕਬੀਰਾ, ਨੀਚ ਕੁੱਲਾ ਜੁਲਾਹਰਾ ਹੋਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਇਸ ਕਰਕੇ ਨੀਵੀਂ ਜਾਤ ਜੀ ਨੂੰ ਦੁਨੀਆ ਕਹਿੰਦੀ ਆ, ਜੀ ਉਹ ਨਾਮ ਜਪਣ ਲੱਗ ਜਾਵੇ ਤੇ ਉੱਚਾ ਹੋ ਜਾਂਦਾ ਹੈ, ਤੇ ਉੱਚੀਆਂ ਜਾਤਾਂ ਦਾ ਹੰਕਾਰ ਕਰਨ ਵਾਲੇ ਨੀਚ ਹੋ ਜਾਂਦੇ ਹੈ। ਭਲੀ ਸੁਹਾਵੀ ਛਾਪਰੀ ਜਾਵੇਂ ਹਰ ਗੁਣ ਗਾਏ, ਕਿਤ ਹੀ ਕਾਮ ਨ ਧੌਲ ਹਰ ਜੈ ਹਰ ਜਿਤ ਹਰ ਵਿਸਰਾਏ। ਅੰਧ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ। ਤਾਂ ਤੇ ਮਾਤਾ ਜੀ ਮੈਂ ਕਿਵੇਂ ਮਾਲਕ ਨੂੰ ਭੁੱਲ ਜਾਵਾਂ, ਮੈਥੋਂ ਭੁੱਲਿਆ ਨਹੀਂ ਜਾਂਦਾ। ਇਹ ਸੀ ਪਵਿੱਤਰ ਸ਼ਬਦ ਰਹਿਰਾਸ ਸਾਹਿਬ ਜੀ ਦਾ ਤੀਸਰਾ ਸ਼ਬਦ, ਆਖਾਂ ਜੀਵਾਂ ਵਿਸਰੈ ਮਰ ਜਾਓ। ਪਿੱਛੇ ਸਰਵਣ ਕੀਤਾ ਸੋਦਰ ਕੀ ਪੌੜੀ, ਸੁਣ ਵੱਡਾ ਆਖੈ ਸਭ ਕੋਏ। ਇਹ ਸ਼ਬਦ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ।
अगला शब्द है राग गुजरी। महला चौथा। हर के जन सतगुर सतपुरखा बिनो करो गुर पास। ये शब्द की विचार आप अगले दीवाना विच सरवण करांगे। बोलदियां नेका अखर बाद घट हो जाते। सिख संगतां दे सतगुरु बख्शण योग है, बख्श लेना जी। समाप्ति करिए। बला फतेह पाओ फतेह। वाहिगुरु जी का खालसा, वाहिगुरु जी की फतेह।